ਅੱਜ ਦਿੱਲੀ ਆਉਣਗੇ ਮੁੱਖ ਮੰਤਰੀ ਭਗਵੰਤ ਮਾਨ। ਦਿੱਲੀ ਦੇ ਸਕੂਲਾਂ ਤੇ ਮੁਹੱਲਾ ਕਲੀਨਿਕਾਂ ਦਾ ਕਰਨਗੇ ਦੌਰਾ। ਦਿਲਸ਼ਾਦ ਗਾਰਡਨ ਸਥਿਤ ਰਾਜੀਵ ਗਾਂਧੀ ਹਸਪਤਾਲ ਵੀ ਜਾਣਗੇ ਮਾਨ। ਸਿੱਖਿਆ ਮੰਤਰੀ ਤੇ ਸਿਹਤ ਮੰਤਰੀ ਵੀ ਨਾਲ ਰਹਿਣਗੇ ਮੌਜੂਦ। ਪੰਜਾਬ ਤੇ ਦਿੱਲੀ ਸਰਕਾਰ ਦਰਮਿਆਨ ਕੁਝ ਅਹਿਮ ਸਮਝੌਤੇ ਸਹੀਬੱਧ ਹੋਣ ਦੀ ਸੰਭਾਵਨਾ। ਮੁੱਖ ਮੰਤਰੀ ਮਾਨ ਦੇ ਦਿੱਲੀ ਦੌਰੇ ਤੇ ਪੀਪੀਸੀਸੀ ਪ੍ਰਧਾਨ ਰਾਜਾ ਵੜਿੰਗ ਨੇ ਚੁੱਕੇ ਸਵਾਲ ਕਿ ਪਿਛਲੇ 1 ਮਹੀਨੇ ਵਿੱਚ 14 ਕਿਸਾਨਾਂ ਨੇ ਕੀਤੀ ਖੁਦਕੁਸ਼ੀ। ਮੁੱਖ ਮੰਤਰੀ ਮਾਨ ਨੇ ਇੱਕ ਵੀ ਪੀੜਤ ਪਰਿਵਾਰ ਦਾ ਹਾਲ ਨਹੀਂ ਜਾਣਿਆ। ਦਿੱਲੀ ਵਾਰ-ਵਾਰ ਜਾਣ ਕਰਕੇ ਨਹੀਂ ਮਿਲ ਰਿਹਾ ਪੀੜਤਾਂ ਨੂੰ ਮਿਲਣ ਦਾ ਸਮਾਂ। ਕੀ ਦਿੱਲੀ ਦਾ ਕੋਰੋਨਾ ਫੇਲ ਮਾਡਲ ਪੰਜਾਬ ਲਿਆਉਣ ਦੀ ਤਿਆਰੀ ਕਰ ਰਹੇ ਨੇ ਮੁੱਖ ਮੰਤਰੀ? ਕੀ 5 ਸਾਲ ਦਿੱਲੀ ਤੋਂ ਇਸੇ ਤਰ੍ਹਾਂ ਚੱਲੇਗੀ ਪੰਜਾਬ ਸਰਕਾਰ? ਨਿਸ਼ਾਨਾ ਸਾਧਿਆ ਰਾਜਾ ਵੜਿੰਗ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ, ਕਣਕ ਦੇ ਸੁੰਗੜੇ ਦਾਣੇ ਤੇ ਕਿਸਾਨਾਂ ਨੂੰ ਦਿੱਤੀ ਜਾਵੇ ਰਾਹਤ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਕਣਕ ਦੇ ਘੱਟ ਝਾੜ ਅਤੇ ਕਰਜ਼ੇ ਤੋਂ ਨੇ ਪਰੇਸ਼ਾਨ। ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਫੂਡ ਸਪਲਾਈ ਮੰਤਰੀ ਪਿਊਸ਼ ਗੋਇਲ ਦੇ ਕੋਲ ਵੀ ਚੁੱਕਿਆ ਸੀ ਮੁੱਦਾ। ਇੱਕ ਹਫ਼ਤਾ ਲੰਘਣ ਤੋਂ ਬਾਅਦ ਵੀ ਕੇਂਦਰ ਸਰਕਾਰ ਵੱਲੋਂ ਨਹੀਂ ਲਿਆ ਗਿਆ ਰਾਹਤ ਸੰਬੰਧੀ ਫੈਸਲਾ। ਕਿਸਾਨੀ ਸੰਬੰਧੀ ਫੈਸਲਿਆਂ ਵਿੱਚ ਦੇਰੀ ਕਰਕੇ ਖਰੀਦ ਪ੍ਰਬੰਧਾਂ ਤੇ ਪਾ ਰਿਹਾ ਪ੍ਰਭਾਵ। ਆਈਸੀਪੀ ਅਟਾਰੀ ਸਰਹੱਦ ਤੇ ਨਸ਼ੇ ਦੀ ਵੱਡੀ ਖੇਪ ਬਰਾਮਦ। ਮੁਲੱਠੀ ਦੀਆਂ ਬੋਰੀਆਂ ਚੋਂ ਮਿਲੀ 102 ਕਿਲੋ ਹੈਰੋਇਨ। ਬੋਰੀਆਂ ਦੇ ਵਿੱਚ 485 ਵੁਡਨ ਬਲਾਕਸ ਦੇ ਅੰਦਰ ਲੁਕੋਈ ਗਈ ਸੀ ਹੈਰੋਇਨ। ਅਫਗਾਨਿਸਤਾਨ ਤੇ ਵਾਇਆ ਪਾਕਿਸਤਾਨ ਆਈ ਸੀ ਖੇਪ, ਅੱਗੇ ਦਿੱਲੀ ਭੇਜੀ ਜਾਣੀ ਸੀ ਸਾਰੀ ਖੇਪ। ਅਜੇ ਤੱਕ ਮਾਮਲੇ ਦੇ ਵਿੱਚ ਨਹੀਂ ਹੋਈ ਕੋਈ ਗ੍ਰਿਫਤਾਰੀ। ਆਈਸੀਪੀ ਤੇ ਫੜੀ ਗਈ ਇਹ ਹੁਣ ਤੱਕ ਦੀ ਦੂਜੀ ਸਭ ਤੋਂ ਵੱਡੀ ਖੇਪ। 29 ਜੂਨ 2019 ਨੂੰ ਲੂਣ ਦੀਆਂ ਬੋਰੀਆਂ ਚੋਂ ਮਿਲੀ ਸੀ 532 ਕਿਲੋ ਹੈਰੋਇਨ। ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਮਿਲੀ ਵੱਡੀ ਕਾਮਯਾਬੀ। ਡੇਰਾਬੱਸੀ ਤੋਂ ਬੱਬਰ ਖਾਲਸਾ ਦਾ ਦਹਿਸ਼ਤਗਰਦ ਚਰਨਜੀਤ ਪਟਿਆਲਵੀ ਕੀਤਾ ਕਾਬੂ। ਡੇਰਾਬੱਸੀ ਦੇ ਪਿੰਡ ਲਾਲੀ ਦੇ ਵਿੱਚ ਗੁਰਦੁਆਰਾ ਸਾਹਿਬ ਅੰਦਰੋਂ ਕੀਤਾ ਕਾਬੂ। ਪੱਛਮ ਬੰਗਾਲ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਦਾ ਤੇਜ਼ਧਾਰ ਹਥਿਆਰ ਦੇ ਨਾਲ ਪੇਸ ਧਾਰ ਕੇ ਰਿਹਾ ਸੀ। ਲੰਘੇ 12 ਸਾਲਾਂ ਤੋਂ ਪੇਸ ਬਦਲ ਕੇ ਵੱਖ-ਵੱਖ ਥਾਵਾਂ ਤੇ ਲੁਕਦਾ ਰਿਹਾ ਸੀ। 2010 ਤੋਂ ਪੰਗੜਾ ਸੀ ਬੱਬਰ ਖਾਲਸਾ ਦਾ ਕਾਰਕੁਨ ਚਰਨਜੀਤ ਪਟਿਆਲਵੀ। 2007 ਵਿੱਚ ਲੁਧਿਆਣਾ ਵਿੱਚ ਹੋਏ ਸ਼ਿੰਗਾਰ ਸਿਨੇਮਾ ਧਮਾਕਾ ਮਾਮਲੇ ਵਿੱਚ ਵੀ ਮੁਲਜ਼ਮ ਹੈ ਪਟਿਆਲਵੀ। ਐਜੀ ਗੁਰਮੀਤ ਚੌਹਾਨ ਤੇ ਡੀਐਸਪੀ ਵਿਕਰਮਜੀਤ ਬਰਾੜ ਦੀ ਅਗਵਾਈ ਵਾਲੀ ਟੀਮ ਨੂੰ ਮਿਲੀ ਸਫਲਤਾ। ਮੋਟਰਸਾਈਕਲ ਰੇੜੀ ਮਾਮਲੇ ਦੇ ਵਿੱਚ ਮੁੱਖ ਮੰਤਰੀ ਪੰਜਾਬ ਦੀ ਸਖਤੀ ਆਈ ਸਾਹਮਣੇ। ਸੀਐਮ ਮਾਨ ਨੇ ਵਿਭਾਗੀ ਮੀਟਿੰਗ ਕਰਕੇ ਫੈਸਲੇ ਜਤਾਈ ਨਾਰਾਜ਼ਗੀ। ਉਨ੍ਹਾਂ ਕਿਹਾ ਕਿ ਕੋਈ ਵੀ ਮੋਟਰ ਰੇੜੀ ਨਹੀਂ ਹੋਣੀ ਚਾਹੀਦੀ ਬੰਦ। ਜੁਗਾੜੂ ਵਾਹਨ ਬੰਦ ਕਰਨ ਦਾ ਫੈਸਲਾ ਵਾਪਸ ਲੈਣ ਤੋਂ ਬਾਅਦ ਰੇੜਕਾ ਬਰਕਰਾਰ। ਹੁਣ ਕੱਟੇ ਗਏ ਚਲਾਨ ਵਾਪਸ ਲੈਣ ਦੀ ਉੱਠੀ ਮੰਗ। ਫਰੀਦਕੋਟ ਜੁਗਾੜੂ ਵਾਹਨ ਚਾਲਕਾਂ ਸਣੇ ਬੀਕੇਯੂ ਫੈਤਰ ਨੇ ਕੀਤਾ ਪ੍ਰਦਰਸ਼ਨ। ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਦੀ ਰਿਹਾਇਸ਼ ਦਾ ਕੀਤਾ ਘਿਰਾਓ। ਕਿਹਾ ਟਰਾਂਸਪੋਰਟ ਵਿਭਾਗ ਵੱਲੋਂ ਕੱਟੇ ਗਏ ਚਲਾਨ ਵਾਪਸ ਲਏ ਸਰਕਾਰ। ਜੁਗਾੜੂ ਵਾਹਨਾਂ ਤੇ ਪਾਬੰਦੀ ਦੇ ਫੈਸਲੇ ਤੋਂ ਬਾਅਦ ਕੱਟੇ ਗਏ ਸਨ ਧੜਾਧੜ ਚਲਾਨ। ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਸਰਕਾਰ ਨੂੰ ਨਸੀਹਤ। ਕਿਹਾ ਬਿਜਲੀ ਵਿਭਾਗ ਦੀਆਂ ਭਰਤੀਆਂ ਵਿੱਚ 100% ਪੰਜਾਬੀਆਂ ਨੂੰ ਹੀ ਮਿਲੇ ਮੌਕਾ। ਸਰਕਾਰੀ ਨੌਕਰੀਆਂ ਦਾ ਸਰਕਾਰ 60-40 ਦਾ ਰੇਸ਼ੋ ਦੇ ਨਾਲ ਨਾ ਕਰ ਰਹੇ ਭਰਤੀ। ਆਪ ਸਰਕਾਰ ਲੋਕਾਂ ਦਾ ਰੁਜ਼ਗਾਰ ਖੋਣ ਦੀ ਥਾਂ ਮੁਹੱਈਆ ਕਰਵਾਏ। ਮੋਟਰਸਾਈਕਲ ਰੇੜੀ ਮਲੂਕਾ ਨੇ ਕਿਹਾ ਕਿ ਚਾਲਕਾਂ ਦੀ ਏਕਤਾ ਨੇ ਸਰਕਾਰ ਦਾ ਬਦਲਿਆ ਫੈਸਲਾ। ਬਾਅਦ ਚ ਬਦਲਣ ਨਾਲੋਂ ਸੋਚ ਸਮਝ ਕੇ ਫੈਸਲੇ ਲੈਣ। ਸੁਖਪਾਲ ਖਹਿਰਾ ਨੇ ਬੇਰੁਜ਼ਗਾਰੀ ਦੇ ਮਾਮਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ। ਪੀਐਸਟੀਸੀਐਲ ਵੱਲੋਂ ਲੰਘੇ ਦਿਨੀ 716 ਨੌਜਵਾਨਾਂ ਨੂੰ ਦਿੱਤੀਆਂ ਗਈਆਂ ਸਨ ਨੌਕਰੀਆਂ। ਸੂਚੀ ਵਿੱਚ ਵੱਡੇ ਪੱਧਰ ਤੇ ਨੌਕਰੀ ਪਾਉਣ ਵਾਲੇ ਨਹੀਂ ਹਨ ਪੰਜਾਬ ਨਾਲ ਸੰਬੰਧਿਤ। ਚਿੱਟੇ ਦੀ ਓਵਰਡੋਜ਼ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ। ਬਟਾਲਾ ਦੇ ਪਿੰਡ ਕਰਾੜਵਾਲਾ ਦੇ ਹਰਮਿੰਦਰ ਸਿੰਘ ਦੀ ਹੋਈ ਮੌਤ। ਨਸ਼ਾ ਛੁਡਾਊ ਕੇਂਦਰ ਤੋਂ 4 ਦਿਨ ਪਹਿਲਾਂ ਹੀ ਪਰਤਿਆ ਸੀ ਮ੍ਰਿਤਕ। ਪਰਿਵਾਰ ਸ਼ਾਰਟ ਸਰਕਟ ਕਰਕੇ ਸੈਂਕੜੇ ਏਕੜ ਨਾੜ ਨੂੰ ਲੱਗੀ ਅੱਗ। ਰਾਜਾਸਾਂਸੀ ਦੇ ਪਿੰਡ ਕੋਹਾਲੀ ਤੇ ਖਿਆਲਾ ਵਿੱਚ ਲੱਗੀ ਭਿਆਨਕ ਅੱਗ। ਸਖਤ ਮੁਸ਼ੱਕਤ ਮਗਰੋਂ ਲੋਕਾਂ ਨੇ ਖੁਦ ਅੱਗ ਤੇ ਪਾਇਆ ਕਾਬੂ। ਦੇਰੀ ਨਾਲ ਫਾਇਰ ਬ੍ਰਿਗੇਡ ਪਹੁੰਚਣ ਤੇ ਕਿਸਾਨਾਂ ਦੇ ਵਿੱਚ ਰੋਸ। ਫਿਰੋਜ਼ਪੁਰ ਵਿੱਚ ਪੁਲਿਸ ਨੂੰ ਮਿਲੀ ਕਾਮਯਾਬੀ। ਸ਼ਿਸ਼ੂ ਗੈਂਗ ਦੇ 4 ਮੈਂਬਰ ਕੀਤੇ ਕਾਬੂ। ਫੜੇ ਗਏ ਵਿਅਕਤੀਆਂ ਕੋਲੋਂ ਹਥਿਆਰ ਵੀ ਹੋਏ ਬਰਾਮਦ।
ਪੀਆਰਟੀਸੀ ਬੱਸਾਂ ਦੇ ਨਾਲ ਦੋ ਵੱਖ-ਵੱਖ ਥਾਵਾਂ ਤੇ ਵਾਪਰੇ ਹਾਦਸੇ। ਪਟਿਆਲਾ ਤੇ ਸਮਾਣਾ ਵਿੱਚ ਪੀਆਰਟੀਸੀ ਬੱਸਾਂ ਨੇ ਕਾਰਾਂ ਨੂੰ ਮਾਰੀ ਟੱਕਰ। ਪਿੰਡ ਰੌਣੀ ਦੇ ਵਿੱਚ ਹੋਏ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਹੋਈ ਮੌਤ। ਪਿੰਡ ਅਮਰਪੁਰ ਚੁਪਕੀ ਨੇੜੇ ਹੋਏ ਹਾਦਸੇ ਵਿੱਚ ਇੱਕ ਮਹਿਲਾ ਸਮੇਤ 3 ਲੋਕ ਹੋਏ ਜ਼ਖਮੀ।